ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਜੋ ਪਾਵਨ ਪਿੱਤਰ ਸ਼ਬਦ ਦੀ ਵਿਚਾਰ ਆਪ ਜੀ ਸਰਵਣ ਕਰਨ ਜਾ ਰਹੇ ਹੋ, ਸ਼੍ਰੋਮਣੀ ਭਗਤ ਧੰਨ ਕਬੀਰ ਸਾਹਿਬ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਪਿੱਤਰ ਸ਼ਬਦ ਰਾਮਕਲੀ ਰਾਗ ਅੰਦਰ ਜੁਗੋ ਜੁਗ ਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 970-71 ਉੱਤੇ ਅੰਕਿਤ ਹੈ। ਇਸ ਪਾਵਨ ਪਿੱਤਰ ਸ਼ਬਦ ਵਿੱਚ ਧੰਨ ਕਬੀਰ ਸਾਹਿਬ ਜੀ ਅਕਾਲ ਪੁਰਖ ਦੀ ਸਿਫਤ ਸਲਾਹ ਕਰਦੇ ਹੋਏ ਸਾਨੂੰ ਸੰਸਾਰੀ ਜੀਵਾਂ ਨੂੰ ਉਸ ਅਕਾਲ ਪੁਰਖ ਦੇ ਚਰਨਾਂ ਦੇ ਨਾਲ ਜੁੜਨ ਦਾ ਉਪਦੇਸ਼ ਦਿੰਦੇ ਹੋਏ ਆਪਣੀ ਪਾਵਨ ਪਿੱਤਰ ਬਾਣੀ ਵਿੱਚ ਉਪਦੇਸ਼ ਕਰਦੇ ਹਨ। ਧੰਨ ਕਬੀਰ ਸਾਹਿਬ ਜੀ ਸਾਨੂੰ ਸੰਸਾਰੀ ਜੀਵਾਂ ਨੂੰ ਸਮਝਾਉਣਾ ਕਰਦੇ ਹਨ ਕਿ ਭਾਈ 84 ਲੱਖ ਜੂਨਾਂ ਦੀ ਭੜਕਣਾ ਤੋਂ ਬਾਅਦ ਇਹ ਜੋ ਦੁਰਲੱਭ ਮਨੁੱਖਾ ਜਨਮ ਸਾਨੂੰ ਪ੍ਰਾਪਤ ਹੋਇਆ ਹੈ, ਕਿਉਂਕਿ ਗੁਰੂ ਸਾਹਿਬ ਜੀ ਵੀ ਕਹਿੰਦੇ ਹਨ, ਇਸ ਧਰਤੀ ਮੈਂ ਤੇਰੀ ਸਕਦਾਰੀ ਅਵਰ ਜੂਨ ਤੇਰੀ ਪਨਹਾਰੀ, ਕਿ 84 ਲੱਖ ਜੂਨਾਂ ਦਾ ਮਨੁੱਖ ਨੂੰ ਸਰਦਾਰ ਬਣਾ ਕੇ ਸੰਸਾਰ 'ਤੇ ਭੇਜਿਆ ਹੈ। ਬਾਕੀ ਦੀਆਂ ਸਾਰੀਆਂ ਜੂਨਾਂ ਮਨੁੱਖ ਦਾ ਪਾਣੀ ਭਰਨ ਵਾਸਤੇ ਲਾਈਆਂ ਹਨ। ਇਸ ਕਰਕੇ ਇਸ ਦੁਰਲੱਭ ਮਨੁੱਖੇ ਜਨਮ ਵਿੱਚ, ਸ੍ਰੇਸ਼ਟ ਜਨਮ ਵਿੱਚ ਵੀ ਆ ਕੇ ਅਸੀਂ ਪ੍ਰਮਾਤਮਾ ਦਾ ਨਾਮ ਨਹੀਂ ਜਪਦੇ, ਸਿਮਰਨ ਨਹੀਂ ਕਰਦੇ, ਬੰਦਗੀ ਨਹੀਂ ਕਰਦੇ, ਉਸ ਪ੍ਰਭੂ ਦੀ ਪਿਆਰੇ ਅਕਾਲ ਪੁਰਖ ਦੀ ਯਾਦ ਵਿੱਚ ਨਹੀਂ ਜੁੜਦੇ ਜਿਸ ਨੇ ਸਾਨੂੰ ਸੁੰਦਰ ਮਹਿਲ ਹੋਰ ਅਨੇਕਾਂ ਪ੍ਰਕਾਰ ਦੇ ਪਦਾਰਥ ਧਨ ਦੌਲਤ ਬਖਸ਼ਿਸ਼ ਕੀਤਾ ਹੈ। ਅਸੀਂ ਉਸ ਪ੍ਰਭੂ ਦਾ ਕਦੀ ਸ਼ੁਕਰਾਨਾ ਨਹੀਂ ਕਰਦੇ। ਧੰਨ ਕਬੀਰ ਸਾਹਿਬ ਜੀ ਆਪਣੀ ਬਾਣੀ ਵਿੱਚ ਉਪਦੇਸ਼ ਕਰਦੇ ਹਨ, ਕਮਨ ਕਾਜ ਸਿਰਜੇ ਜਗ ਭੀਤਰ। ਤੋ ਕਬੀਰ ਸਾਹਿਬ ਜੀ ਕਹਿੰਦੇ ਹਨ ਕਿ ਭਾਈ ਜੇ ਤੁਸੀਂ ਸੰਸਾਰ ਉੱਤੇ ਆ ਕੇ ਪ੍ਰਭੂ ਦਾ ਨਾਮ ਨਹੀਂ ਸੀ ਜਪਣਾ, ਸਿਮਰਨ ਨਹੀਂ ਸੀ ਕਰਨਾ, ਚੰਗੇ ਕਰਮ ਨਹੀਂ ਸਨ ਕਰਨੇ, ਤੇ ਅਕਾਲ ਪੁਰਖ ਦੀ ਯਾਦ ਵਿੱਚ ਨਹੀਂ ਸੀ ਜੁੜਨਾ, ਤਾਂ ਫਿਰ ਕਾਹਦੇ ਵਾਸਤੇ ਸੰਸਾਰ ਉੱਤੇ ਮਨੁੱਖਾ ਜਨਮ ਲੈ ਕੇ ਆਏ ਹੋ? ਪ੍ਰਭੂ ਨੇ ਆਪ ਨੂੰ ਕਿਸ ਕਾਰਜ ਵਾਸਤੇ ਸੰਸਾਰ ਉੱਤੇ ਮਨੁੱਖਾ ਜਨਮ ਦੇ ਕੇ ਭੇਜਿਆ ਹੈ? ਧੰਨ ਕਬੀਰ ਸਾਹਿਬ ਜੀ ਕਹਿੰਦੇ ਹਨ, ਕਮਨ ਕਾਜ ਸਿਰਜੇ ਜਗ ਭੀਤਰ, ਜਨਮ ਕਮਨ ਫਲ ਪਾਇਆ। ਭੀਤਰ ਵਿਚਕਾਰ ਨੂੰ ਕਹਿੰਦੇ ਹਨ ਕਿ ਸੰਸਾਰ ਵਿੱਚ ਭਾਈ ਉਸ ਅਕਾਲ ਪੁਰਖ ਨੇ ਆਪ ਨੂੰ ਕਿਸ ਕਾਰਜ ਵਾਸਤੇ ਸੰਸਾਰ ਉੱਤੇ ਭੇਜਿਆ ਹੈ। ਜੇ ਆਪ ਨੇ ਆ ਕੇ ਭਾਈ ਪਰਮਾਤਮਾ ਦਾ ਨਾਮ ਨਹੀਂ ਸੀ ਜਪਣਾ, ਚੰਗੇ ਕਰਮ ਨਹੀਂ ਸਨ ਕਰਨੇ, ਗਰੀਬਾਂ ਤੇ ਨਾਥਾਂ ਉੱਤੇ ਕਿਰਪਾ ਨਹੀਂ ਸੀ ਕਰਨੀ, ਇਸ ਕਰਕੇ ਕਿਸ ਕਾਰਜ ਵਾਸਤੇ ਫਿਰ ਪਰਮਾਤਮਾ ਨੇ ਸਾਨੂੰ ਸੰਸਾਰ ਉੱਤੇ ਜਨਮ ਦੇ ਕੇ ਭੇਜਿਆ ਹੈ? ਕਬੀਰ ਸਾਹਿਬ ਜੀ ਕਹਿੰਦੇ ਹਨ, ਕਮਨ ਕਾਜ ਸਿਰਜੇ ਜਗ ਭੀਤਰ, ਜਨਮ ਕਮਨ ਫਲ ਪਾਇਆ, ਕਿ ਕਿਸ ਕਾਰਜ ਵਾਸਤੇ ਭਾਈ ਪਰਮਾਤਮਾ ਨੇ ਸਾਨੂੰ ਇਹ ਮਨੁੱਖਾ ਜਨਮ ਦੁਰਲੱਭ ਜਨਮ ਦੇ ਕੇ ਭੇਜਿਆ ਹੈ। ਅਸੀਂ ਇਸ ਸੰਸਾਰ ਉੱਤੇ ਆ ਕੇ ਇਹ ਜਨਮ ਮਨੁੱਖਾ ਜਨਮ ਪ੍ਰਾਪਤ ਕਰਕੇ ਕਿਹੜਾ ਫਲ ਪ੍ਰਾਪਤ ਕੀਤਾ ਹੈ, ਕਿਸ ਪ੍ਰਭੂ ਦੀ ਪ੍ਰਾਪਤੀ ਕੀਤੀ ਹੈ, ਤੇ ਜਿਸ ਕਰਕੇ ਪ੍ਰਮਾਤਮਾ ਨੇ ਸਾਨੂੰ ਸੰਸਾਰ ਉੱਤੇ ਜਨਮ ਦੇ ਕੇ ਭੇਜਿਆ ਹੈ, ਮਨੁੱਖਾ ਜਨਮ ਦੇ ਕੇ ਭੇਜਿਆ ਹੈ। ਕਿ ਅਸੀਂ ਉਸ ਅਕਾਲ ਪੁਰਖ ਦੇ ਪ੍ਰਤੀ ਚਿੰਤਨ ਹੋਏ ਹਾਂ? ਸੰਸਾਰ ਉੱਤੇ ਆ ਕੇ ਅਸੀਂ ਕੋਈ ਚੰਗਾ ਕਰਮ ਕੀਤਾ ਹੈ? ਪ੍ਰਭੂ ਦੀ ਯਾਦ ਵਿੱਚ ਜੁੜੇ ਹਾਂ? ਕਿ ਗਰੀਬਾਂ ਤੇ ਨਾਥਾਂ ਬੇਆਸਰਿਆਂ ਦੇ ਉੱਤੇ ਦਇਆ ਕੀਤੀ ਹੈ? ਸੋ ਇਸ ਕਰਕੇ ਧੰਨ ਕਬੀਰ ਸਾਹਿਬ ਜੀ ਆਪਣੀ ਪਵਿੱਤਰ ਬਾਣੀ ਵਿੱਚ ਉਪਦੇਸ਼ ਕਰਦੇ ਹਨ, ਕਮਨ ਕਾਜ ਸਿਰਜੇ ਜਗ ਭੀਤਰ, ਜਨਮ ਕਮਨ ਫਲ ਪਾਇਆ। ਭਾਈ ਫਿਰ ਇਹ ਸੰਸਾਰ ਉੱਤੇ ਜਨਮ ਲੈ ਕੇ ਆ ਕੇ ਕਿਹੜਾ ਫਲ ਪ੍ਰਾਪਤ ਕੀਤਾ ਹੈ, ਕਿਹੜਾ ਚੰਗਾ ਕਰਮ ਕੀਤਾ ਹੈ? ਧੰਨ ਕਬੀਰ ਸਾਹਿਬ ਜੀ ਕਹਿੰਦੇ ਹਨ, ਭਾਵਨਿਤ ਤਰਨ ਤਾਰਨ ਚਿੰਤਾ ਮਨ। ਸੋ ਜਿਹੜਾ ਭਵਜਲ ਰੂਪੀ ਸੰਸਾਰ ਉਤੋਂ ਤਾਰਨ ਵਾਲਾ ਹੈ, ਸੰਸਾਰ ਸਮੁੰਦਰ ਤੋਂ ਜੀਵਾਂ ਨੂੰ ਤਾਰਨ ਵਾਲਾ ਹੈ, ਕਿ ਉਸ ਅਕਾਲ ਪੁਰਖ ਦੇ ਪ੍ਰਤੀ ਅਸੀਂ ਕਦੀ ਸੁਚੇਤ ਹੋਏ ਹਾਂ, ਉਹਦੇ ਚਿੰਤਨ ਵਿੱਚ ਜੁੜੇ ਹਾਂ, ਕਿ ਪ੍ਰਭੂ ਦੀ ਯਾਦ ਵਿੱਚ ਜੁੜੇ ਹਾਂ, ਉਹਦਾ ਕਦੀ ਨਾਮ ਜਪਿਆ ਹੈ, ਕਦੀ ਸਿਮਰਨ ਕੀਤਾ ਹੈ? ਕਬੀਰ ਸਾਹਿਬ ਜੀ ਕਹਿੰਦੇ, ਨਹੀਂ ਭਾਈ, ਇੱਕ ਨਿਮਖ ਨਾ ਇਹੋ ਮਨ ਲਾਇਆ, ਇੱਕ ਨਿਮਖ ਮਾਤਰ ਸਮਾਵੀ। ਅਸੀਂ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਮਨ ਨਹੀਂ ਜੋੜਿਆ, ਸੁਰਤ ਨਹੀਂ ਜੋੜੀ, ਵਿਸ਼ੇ ਵਿਕਾਰਾਂ ਵਿੱਚ ਪੈ ਕੇ, ਸੰਸਾਰਕ ਧੰਦਿਆਂ ਵਿੱਚ ਪੈ ਕੇ, ਸੋ ਆਪਣਾ ਮਨੁੱਖਾ ਜਨਮ ਜਿਹੜਾ ਹੈ ਵਿਅਰਥ ਗਵਾ ਕੇ ਚਲੇ ਜਾਂਦੇ ਹਾਂ। ਧੰਦਾ ਕਰਦਿਆਂ ਨਿਫਲ ਜਨਮ ਗਵਾਇਆ।
ਸੁਖ ਦਾਤਾ ਮਨ ਨਾ ਵਸਾਇਆ। ਸੋ ਸੁੱਖਾਂ ਦਾ ਦਾਤਾ ਪ੍ਰਭੂ ਜਿਹੜਾ ਹੈ ਉਸ ਨੂੰ ਅਸੀਂ ਆਪਣੇ ਮਨ ਵਿੱਚ ਨਹੀਂ ਵਸਾਉਂਦੇ, ਸੰਸਾਰਕ ਧੰਦਿਆਂ ਵਿੱਚ ਹੀ ਆਪਣਾ ਜੀਵਨ ਗੁਜ਼ਾਰ ਦਿੰਦੇ ਹਾਂ। ਇਸ ਕਰਕੇ ਹਉਮੈ ਦੇ ਵਸ ਹੋ ਕੇ ਪਰਮਾਤਮਾ ਤੋਂ ਵਿਛੜੇ ਰਹਿੰਦੇ ਹਾਂ। ਤੇ ਇਸ ਕਰਕੇ ਕਬੀਰ ਸਾਹਿਬ ਜੀ ਕਹਿੰਦੇ ਹਨ, ਭਾਈ ਜਿਹੜਾ ਭਵਜਲ ਰੂਪੀ ਸੰਸਾਰ ਤੋਂ ਤਾਰਨ ਵਾਲਾ ਪ੍ਰਭੂ ਹੈ, ਕਿ ਉਸ ਦੇ ਪ੍ਰਤੀ ਅਸੀਂ ਕਦੀ ਚਿੰਤਨ ਹੋਏ ਹਾਂ, ਸੁਚੇਤ ਹੋਏ ਹਾਂ। ਇੱਕ ਨਿਮਖ ਮਾਤਰ ਸਮਾਂ ਵੀ ਅਸੀਂ ਉਸ ਦੀ ਯਾਦ ਵਿੱਚ ਨਹੀਂ ਜੁੜੇ। ਇਸ ਕਰਕੇ ਧੰਨ ਕਬੀਰ ਸਾਹਿਬ ਜੀ ਕਹਿੰਦੇ ਹਨ, ਭਾਵ ਨਿਤ ਤਰਨ ਤਾਰਨ ਚਿੰਤਾ ਮਨ, ਇੱਕ ਨਿਮਖ ਨਾ ਇਹੋ ਮਨ ਲਾਇਆ। ਇੱਕ ਨਿਮਖ ਮਾਤਰ ਸਮਾਂ ਵੀ ਜਿਹੜਾ ਹੈ ਪ੍ਰਭੂ ਦੀ ਯਾਦ ਵਿੱਚ ਅਸੀਂ ਨਹੀਂ ਜੁੜੇ। ਇਸ ਕਰਕੇ ਧੰਨ ਕਬੀਰ ਸਾਹਿਬ ਜੀ ਕਹਿੰਦੇ ਹਨ, ਹੇ ਪ੍ਰਭੂ ਅਸੀਂ ਤੇਰੇ ਦਰ ਦੇ ਬਹੁਤ ਵੱਡੇ ਅਪਰਾਧੀ ਹਾਂ, ਅਪਰਾਧ ਕਰਨ ਵਾਲੇ ਹਾਂ ਪ੍ਰਭੂ। ਮਨੁੱਖਾ ਜਨਮ ਲੈ ਦੇ ਕੇ ਆਪ ਜੀ ਨੇ ਸਾਨੂੰ ਸੰਸਾਰ 'ਤੇ ਭੇਜਿਆ ਹੈ। ਇਸ ਦੁਰਲੱਭ ਜਨਮ ਵਿੱਚ ਜਨਮ ਲੈ ਕੇ ਵੀ ਅਸੀਂ ਆਪ ਦੇ ਪ੍ਰਤੀ ਸੁਚੇਤ ਨਹੀਂ ਹੋਏ, ਆਪ ਦਾ ਨਾਮ ਨਹੀਂ ਜਪਿਆ, ਸਿਮਰਨ ਨਹੀਂ ਕੀਤਾ, ਬੰਦਗੀ ਨਹੀਂ ਕੀਤੀ, ਕੋਈ ਚੰਗਾ ਕਰਮ ਨਹੀਂ ਕੀਤਾ ਸੰਸਾਰ ਉੱਤੇ ਆ ਕੇ। ਤੋ ਧੰਨ ਕਬੀਰ ਸਾਹਿਬ ਜੀ ਕਹਿੰਦੇ ਹਨ, ਗੋਬਿੰਦ ਹਮ ਐਸੇ ਅਪਰਾਧੀ ਜਿਨ ਪ੍ਰਭ ਜੀਓ ਪਿੰਡ ਥਾ ਥੀਆ। ਸੋ ਪਿੰਡ ਸਰੀਰ ਨੂੰ ਕਹਿੰਦੇ ਹਨ ਕਿ ਜਿਸ ਅਕਾਲ ਪੁਰਖ ਨੇ ਸਾਨੂੰ ਇਹ ਮਨੁੱਖਾ ਜਨਮ ਦਿੱਤਾ, ਸਰੀਰ ਦਿੱਤਾ ਹੈ ਭਾਈ, ਜਿਨ ਪ੍ਰਭ ਜੀਓ ਪਿੰਡ ਥਾ ਦੀਆ ਤਿਸ ਕੀ ਭਾਉ ਭਗਤ ਨਹੀਂ ਸਾਧੀ। ਉਸ ਪਰਮਾਤਮਾ ਦੇ ਪ੍ਰਤੀ ਅਸੀਂ ਕਦੀ ਸੁਚੇਤ ਨਹੀਂ ਹੋਏ। ਭਾਉ ਪਿਆਰ ਨੂੰ ਕਹਿੰਦੇ ਹਨ ਭਾਈ, ਕਿ ਅਸੀਂ ਉਸ ਅਕਾਲ ਪੁਰਖ ਦੇ ਚਰਨਾਂ ਨਾਲ ਕਦੀ ਪਿਆਰ ਕੀਤਾ ਹੈ, ਉਹਦੀ ਭਗਤੀ ਕੀਤੀ ਹੈ, ਉਹਦੇ ਨਾਮ ਦੀ ਸਾਧਨਾ ਸਾਧੀ ਹੈ। ਇਸ ਕਰਕੇ ਭਾਈ ਅਕਾਲ ਪੁਰਖ ਜੀ ਦੇ ਭੇਜੇ ਹੋਏ ਜੀਵ ਸੰਸਾਰ 'ਤੇ ਜੋ ਮਨੁੱਖਾ ਜਨਮ ਲੈ ਕੇ ਆਉਂਦੇ ਹਨ ਤੇ ਪ੍ਰਮਾਤਮਾ ਤੋਂ ਵਿਛੜੇ ਰਹਿੰਦੇ ਹਨ, ਅਕਾਲ ਪੁਰਖ ਤੋਂ ਨੂੰ ਭੁੱਲੇ ਰਹਿੰਦੇ ਹਨ। ਇਸ ਕਰਕੇ ਧੰਨ ਕਬੀਰ ਸਾਹਿਬ ਜੀ ਕਹਿੰਦੇ ਹਨ, ਭਾਈ ਗੋਬਿੰਦ ਹਮ ਐਸੇ ਅਪਰਾਧੀ, ਹੇ ਗੋਬਿੰਦ ਪ੍ਰਭੂ ਅਸੀਂ ਤੇਰੇ ਦਰ ਦੇ ਬਹੁਤ ਵੱਡੇ ਅਪਰਾਧੀ ਹਾਂ, ਪਾਪੀ ਹਾਂ ਪ੍ਰਭੂ। ਤੇਰਾ ਨਾਮ ਨਹੀਂ ਜਪਦੇ, ਸਿਮਰਨ ਨਹੀਂ ਕਰਦੇ, ਮਨੁੱਖੇ ਜਨਮ ਵਿੱਚ ਵੀ ਆ ਕੇ ਅਸੀਂ ਤੇਰੀ ਯਾਦ ਵਿੱਚ ਨਹੀਂ ਜੁੜਦੇ। ਜਿਨ ਪ੍ਰਭ ਜੀਓ ਪਿੰਡ ਥਾ ਦੀਆ, ਜਿਸ ਪ੍ਰਭੂ ਨੇ ਭਾਈ ਸਾਨੂੰ ਇਹ ਮਨੁੱਖਾ ਜਨਮ ਦੇ ਕੇ ਭੇਜਿਆ ਹੈ, ਤਿਸ ਕੀ ਭਾਉ ਭਗਤ ਨਹੀਂ ਸਾਧੀ। ਅਸੀਂ ਉਸ ਦੇ ਚਰਨਾਂ ਨਾਲ ਸੰਸਾਰ ਉੱਤੇ ਆ ਕੇ ਕਦੀ ਪਿਆਰ ਨਹੀਂ ਕੀਤਾ, ਉਹਦੀ ਭਗਤੀ ਸਿਮਰਨ ਨਹੀਂ ਕੀਤਾ, ਨਾ ਕਿ ਉਹਦੇ ਨਾਂ ਦੀ ਸਾਧਨਾ ਸਾਧੀ ਹੈ। ਤੋ ਧੰਨ ਕਬੀਰ ਸਾਹਿਬ ਜੀ ਆਪਣੀ ਬਾਣੀ ਵਿੱਚ ਉਪਦੇਸ਼ ਕਰਦੇ ਹਨ, ਸੰਸਾਰ ਉੱਤੇ ਜੀਵਾਂ ਨੇ ਆ ਕੇ ਕਿਹੜੇ ਮਾੜੇ ਕਰਮ ਕੀਤੇ ਹਨ। ਪਰ ਧਨ ਪਰਾਇਆ ਧਨ ਲੁੱਟਿਆ ਹੈ ਭਾਈ, ਪਰ ਧਨ ਤੇ ਪਰਾਇਆ ਦਾ ਸਰੀਰ ਦੇਖਿਆ ਹੈ। ਇਸ ਕਰਕੇ ਪਰਤੀ ਨਿੰਦਾ ਤੇ ਦੂਜਿਆਂ ਦੀ ਆ ਕੇ ਨਿੰਦਿਆ ਕੀਤੀ, ਚੁਗਲੀ ਕੀਤੀ ਹੈ, ਦੂਜਿਆਂ ਦੇ ਨਾਲ ਈਰਖਾ ਕੀਤੀ ਹੈ। ਪਰ ਅਪਵਾਦ ਨਾ ਛੂਟੇ। ਇਸ ਕਰਕੇ ਧੰਨ ਕਬੀਰ ਸਾਹਿਬ ਜੀ ਕਹਿੰਦੇ ਆ, ਅਸੀਂ ਦੂਜਿਆਂ ਦੇ ਨਾਲ ਲੜਾਈ ਝਗੜੇ ਛੱਡਦੇ ਨਹੀਂ ਹਾਂ। ਇਸ ਕਰਕੇ ਆਪਣੇ ਤੋਂ ਨੀਵਿਆਂ ਦੇ ਨਾਲ ਈਰਖਾ ਰੱਖਦੇ ਹਨ, ਲੜਾਈ ਝਗੜੇ ਕਰਦੇ ਰਹਿੰਦੇ ਹਾਂ। ਧੰਨ ਕਬੀਰ ਸਾਹਿਬ ਜੀ ਕਹਿੰਦੇ ਹਨ, ਅਸੀਂ ਸੰਸਾਰ ਉੱਤੇ ਆ ਕੇ ਕੋਈ ਚੰਗਾ ਕਰਮ ਨਹੀਂ ਕਰਦੇ ਭਾਈ, ਸਗੋਂ ਮਾੜੇ ਕਰਮਾਂ ਵਿੱਚ ਪਏ ਹੋਏ ਪਰਾਇਆ ਧਨ ਲੁੱਟਦੇ ਹਾਂ, ਪਰਾਇਆ ਸਰੀਰ ਦੇਖਦੇ ਹਾਂ, ਪਰਾਇਆਂ ਦੀ ਨਿੰਦਿਆ ਕਰਦੇ ਹਾਂ ਤੇ ਇਸ ਤਰ੍ਹਾਂ ਦੂਜਿਆਂ ਦੇ ਨਾਲ ਈਰਖਾ ਭਾਵ ਰੱਖ ਕੇ ਲੜਾਈ ਝਗੜੇ ਕਰਦੇ ਰਹਿੰਦੇ ਹਾਂ। ਇਸੇ ਤਰ੍ਹਾਂ ਵਿਕਾਰਾਂ ਵਿੱਚ ਹੀ ਸਾਡਾ ਮਨੁੱਖਾ ਜਨਮ, ਦੁਰਲੱਭ ਜਨਮ ਜਿਹੜਾ ਹੈ ਉਹ ਵਿਅਰਥ ਬੀਤ ਜਾਂਦਾ ਹੈ। ਧੰਨ ਕਬੀਰ ਸਾਹਿਬ ਜੀ ਕਹਿੰਦੇ ਹਨ, ਪਰ ਤਨ ਪਰਤੀ ਨਿੰਦਾ ਪਰ ਅਪਵਾਦ ਨਾ ਛੂਟੇ। ਅਸੀਂ ਇਹਨਾਂ ਮਾੜੇ ਕਰਮਾਂ ਤੋਂ ਛੁੱਟਦੇ ਨਹੀਂ ਹਾਂ। ਇਸ ਕਰਕੇ ਭਾਈ, ਜਿਸ ਕਰਕੇ ਸਾਨੂੰ ਬਾਰ-ਬਾਰ ਸੰਸਾਰ ਉੱਤੇ ਜਨਮ ਲੈ ਕੇ ਆਉਣਾ ਪੈਂਦਾ ਹੈ। ਆਵਾਗਮਨ ਹੋਤ ਹੈ ਪੁਨ ਪੁਨ। ਇਸ ਕਰਕੇ ਆਵਾਗਮਨ ਦੇ ਚੱਕਰ ਵਿੱਚ ਪੈ ਕੇ ਬਾਰ-ਬਾਰ ਅਸੀਂ ਸੰਸਾਰ ਉੱਤੇ ਜਨਮ ਲੈ ਕੇ ਆਉਂਦੇ ਹਾਂ। 84 ਦੇ ਬੰਧਨਾਂ ਵਿੱਚ ਬੱਝੇ ਹੋਏ ਬਾਰ-ਬਾਰ ਸੰਸਾਰ ਉੱਤੇ ਭਾਈ ਅਨੇਕਾਂ ਪ੍ਰਕਾਰ ਦੀਆਂ ਜੂਨਾਂ ਭੋਗਦੇ ਹਾਂ ਤੇ ਫਿਰ ਨਾਮ ਸਿਮਰਨ ਤੋਂ ਬਿਨਾਂ ਖਾਲੀ ਹੱਥ ਚਲੇ ਜਾਂਦੇ ਹਾਂ। ਆਵਾਗਮਨ ਹੋਤ ਹੈ ਪੁਨ ਪੁਨ, ਇਹ ਪ੍ਰਸੰਗ ਨਾ ਟੂਟੇ। ਇਸ ਕਰਕੇ ਵਿਕਾਰਾਂ ਵਿੱਚ ਪਏ ਹੋਏ ਨਾਮ ਤੋਂ ਵਿਛੜ ਕੇ ਅਸੀਂ ਸੰਸਾਰੀ ਜੀਵ ਜਿਹੜੇ ਭਾਈ ਬਾਰ-ਬਾਰ ਸੰਸਾਰ ਉੱਤੇ ਜਨਮ ਲੈ ਕੇ ਆਉਂਦੇ ਹਾਂ, ਜਿਸ ਕਰਕੇ ਇਹ ਜਨਮ ਮਰਨ ਦਾ ਦੁੱਖ ਕਦੀ ਟੁੱਟਦਾ ਨਹੀਂ ਹੈ, ਖਤਮ ਨਹੀਂ ਹੁੰਦਾ। ਤਾਂ ਕਬੀਰ ਸਾਹਿਬ ਜੀ ਕਹਿੰਦੇ ਹਨ, ਆਵਾਗਮਨ ਹੋਤ ਹੈ ਪੁਨ ਪੁਨ, ਬਾਰ-ਬਾਰ ਆਉਣ ਜਾਣ ਦੇ ਚੱਕਰ ਵਿੱਚ ਪਏ ਰਹਿੰਦੇ ਹਨ, ਜਨਮ ਮਰਨ ਦੇ ਦੁੱਖ ਵਿੱਚ ਪਏ ਰਹਿੰਦੇ ਹਨ। ਜਿਸ ਕਰਕੇ ਇਹ ਜਨਮ ਮਰਨ ਦੀ ਦੁੱਖ ਦੀ ਜਿਹੜੀ ਲੜੀ ਹੈ ਕਦੀ ਟੁੱਟਦੀ ਨਹੀਂ ਹੈ, ਖਤਮ ਨਹੀਂ ਹੁੰਦੀ। ਧੰਨ ਕਬੀਰ ਸਾਹਿਬ ਜੀ ਕਹਿੰਦੇ ਹਨ, ਜੇਕਰ ਕਥਾ ਹੋਤ ਹਰ ਸੰਤਨ, ਜਿਸ ਘਰ ਵਿੱਚ ਭਾਈ
ਕੋਈ ਸੰਤ ਮਹਾਂਪੁਰਖ ਆਏ ਹੋਣ, ਪ੍ਰਭੂ ਦਾ ਕੀਰਤਨ ਹੋ ਰਿਹਾ ਹੋਵੇ ਅਤੇ ਪ੍ਰਭੂ ਦੀਆਂ ਨਾਮ ਦੀਆਂ ਵਿਚਾਰਾਂ ਹੋ ਰਹੀਆਂ ਹਨ, ਉਸ ਘਰ ਵਿੱਚ ਜਾਣ ਦਾ ਸਾਡੇ ਕੋਲ ਸਮਾਂ ਨਹੀਂ ਹੁੰਦਾ ਅਤੇ ਹੋਰ ਸਾਰੇ ਵਿਸ਼ੇ ਵਿਕਾਰਾਂ ਵਿੱਚ ਪਏ ਹੋਏ ਅਸੀਂ ਪ੍ਰਮਾਤਮਾ ਤੋਂ ਵਿਛੜੇ ਰਹਿੰਦੇ ਹਨ। ਧੰਨ ਕਬੀਰ ਸਾਹਿਬ ਜੀ ਕਹਿੰਦੇ ਹਨ, ਜਿਹੇ ਘਰ ਕਥਾ ਹੋਤ ਹਰ ਸੰਤਨ, ਇੱਕ ਨਿਮਕ ਨਾ ਕੀਨੋ ਮੈਂ ਫੇਰਾ। ਜਿਸ ਘਰ ਵਿੱਚ ਭਾਈ ਸੰਤ ਮਹਾਂਪੁਰਖ ਆਏ ਹੋਣ, ਗੁਰੂ ਦੀ ਸੰਗਤ ਬੈਠੀ ਹੋਵੇ, ਕਥਾ ਕੀਰਤਨ ਚੱਲ ਰਿਹਾ ਹੋਵੇ, ਉਸ ਘਰ ਵਿੱਚ ਇੱਕ ਨਮਕ ਮਾਤਰ ਸਮਾਂ ਵੀ ਸਾਡੇ ਕੋਲ ਜਾਣ ਦਾ ਸਮਾਂ ਨਹੀਂ ਹੁੰਦਾ, ਬੈਠਣ ਦਾ ਸਮਾਂ ਨਹੀਂ ਹੁੰਦਾ। ਜਿੱਥੇ ਵਿਸ਼ੇ ਵਿਕਾਰ ਚੱਲਦੇ ਹਨ, ਮਾੜੇ ਕਰਮ ਹੋ ਰਹੇ ਹਨ, ਉੱਥੇ ਅਸੀਂ ਜਾ ਕੇ ਭੈੜੀ ਸੰਗਤ ਵਿੱਚ ਬੈਠਦੇ ਹਾਂ, ਮਾੜੀ ਸੰਗਤ ਵਿੱਚ ਬੈਠਦੇ ਹਾਂ ਅਤੇ ਸਤਿਗੁਰ ਦੀ ਸੱਚੀ ਸੰਗਤ ਛੱਡ ਕੇ ਸਦਾ ਹੀ ਭੈੜਿਆਂ ਦੀ ਸੰਗਤ ਕਰਦੇ ਹਾਂ। ਧੰਨ ਕਬੀਰ ਸਾਹਿਬ ਜੀ ਕਹਿੰਦੇ ਹਨ, ਜੇ ਕਰ ਕਥਾ ਹੋਤ ਹਰ ਸੰਤਨ, ਇੱਕ ਨਿਮਖ ਨਾ ਕੀਨੋ ਮੈਂ ਫੇਰਾ। ਜਿਸ ਘਰ ਵਿੱਚ ਭਾਈ ਮਹਾਂਪੁਰਖ ਆਏ ਹੋਣ, ਪ੍ਰਭੂ ਦੀ ਕਥਾ ਵਿਚਾਰ ਕੀਰਤਨ ਹੋ ਰਿਹਾ ਹੋਵੇ, ਉਸ ਘਰ ਵਿੱਚ ਇੱਕ ਨਿਮਕ ਮਾਤਰ ਸਮਾਂ ਵੀ ਅਸੀਂ ਫੇਰਾ ਨਹੀਂ ਪਾਉਂਦੇ, ਉੱਥੇ ਬੈਠਣ ਦਾ ਸਾਡੇ ਕੋਲ ਸਮਾਂ ਨਹੀਂ ਹੈ। ਧੰਨ ਕਬੀਰ ਸਾਹਿਬ ਜੀ ਕਹਿੰਦੇ, ਲੰਪਟ ਚੋਰ ਦੂਤ ਮਤਵਾਰੇ। ਜਿੱਥੇ ਭਾਈ ਸਾਰਾ ਦਿਨ ਜੁਆਰੀਏ ਜੂਆ ਖੇਡਦੇ ਹਨ, ਤਾਸ਼ ਖੇਡਦੇ ਹਨ ਅਤੇ ਸ਼ਰਾਬਾਂ ਪੀ ਕੇ ਮਸਤ ਰਹਿੰਦੇ ਹਨ, ਉਹਨਾਂ ਦੀ ਮਾੜੀ ਸੰਗਤ ਵਿੱਚ ਬੈਠਣ ਦਾ ਸਾਨੂੰ ਸਮਾਂ ਮਿਲ ਜਾਂਦਾ, ਪ੍ਰਾਪਤ ਹੋ ਜਾਂਦਾ ਹੈ। ਪਰ ਗੁਰੂ ਦੀ ਸੰਗਤ ਵਿੱਚ ਬੈਠਣ ਦਾ ਸਾਨੂੰ ਕਦੀ ਸਮਾਂ ਪ੍ਰਾਪਤ ਨਹੀਂ ਹੁੰਦਾ। ਲੰਪਟ ਚੋਰ ਦੂਤ ਮਤਵਾਰੇ, ਤਿਨ ਸੰਗ ਸਦਾ ਬਸੇਰਾ। ਇਸ ਕਰਕੇ ਭਾਈ ਜਿੱਥੇ ਚੋਰਾਂ ਦੀ ਢਾਣੀ, ਜਵਾਰੀਆਂ ਦੀ ਢਾਣੀ, ਸ਼ਰਾਬੀਆਂ ਦੀ ਢਾਣੀ ਬੈਠੀ ਹੋਵੇ, ਉੱਥੇ ਭਾਈ ਸਾਨੂੰ ਬੈਠਣ ਦਾ ਜਿਹੜਾ ਸਮਾਂ ਪ੍ਰਾਪਤ ਹੋ ਜਾਂਦਾ ਹੈ। ਅਸੀਂ ਸਾਰਾ ਦਿਨ ਰਾਤ ਵੀ ਉਹਨਾਂ ਦੀ ਭੈੜਿਆਂ ਦੀ ਸੰਗਤ ਕਰਦੇ ਹਾਂ, ਅਤੇ ਜਿੱਥੇ ਗੁਰੂ ਦੀ ਸੰਗਤ ਹੋ ਰਹੀ ਹੈ, ਕੀਰਤਨ ਹੋ ਰਿਹਾ ਹੈ ਭਾਈ, ਉੱਥੇ ਸਾਡੇ ਕੋਲ ਬੈਠਣ ਦਾ ਸਮਾਂ ਨਹੀਂ ਹੈ। ਸੋ ਧੰਨ ਕਬੀਰ ਸਾਹਿਬ ਜੀ ਆਪਣੀ ਬਾਣੀ ਵਿੱਚ ਉਪਦੇਸ਼ ਕਰਦੇ ਹਨ, ਕਾਮ ਕ੍ਰੋਧ ਮਾਇਆ ਮਦ ਮਤਸਰ, ਇਹ ਸੰਪੇ ਮੋਹ ਮਾਹੀ। ਕਿ ਅਸੀਂ ਵਿਸ਼ੇ ਵਿਕਾਰਾਂ ਵਿੱਚ ਪਏ ਹੋਏ, ਕਾਮ ਕ੍ਰੋਧ ਲੋਭ ਮੋਹ ਦੇ ਵਸ ਹੋ ਕੇ ਮਾਇਆ ਦੇ ਨਸ਼ੇ ਵਿੱਚ ਮਸਤ ਰਹਿੰਦੇ ਹਾਂ। ਇਸ ਕਰਕੇ ਜਿਹੜੇ ਮਾੜੇ ਕਰਮ ਹਨ, ਉਹ ਅਸੀਂ ਆਪਣੇ ਹਿਰਦੇ ਰੂਪੀ ਘਰ ਵਿੱਚ ਇਕੱਤਰ ਕਰਦੇ ਰਹਿੰਦੇ ਹਾਂ। ਵਿਸ਼ੇ ਵਿਕਾਰ ਹੀ ਸੰਸਾਰ ਦੇ ਜਿਹੜੇ ਹਨ, ਜਿਹੜੇ ਕਾਮ ਕ੍ਰੋਧ ਹੰਕਾਰ ਦੇ ਵਸ ਹੋ ਕੇ ਵਿਸ਼ੇ ਵਿਕਾਰਾਂ ਵਿੱਚ ਪਏ ਹੋਏ, ਇਹ ਮਾੜੇ ਕਰਮ ਹੀ ਆਪਣੇ ਸਰੀਰ ਵਿੱਚ ਇਕੱਤਰ ਕਰਦੇ ਰਹਿੰਦੇ ਹਾਂ। ਕਾਮ ਕ੍ਰੋਧ ਮਾਇਆ ਮਦ ਮਤਸਰ, ਇਹ ਸੰਪੇ ਮੋਹ ਮਾਹੀ। ਸੰਪੇ ਕੰਨੇ ਇਕੱਤਰ ਕਰਨੇ ਜਿਹੜੇ ਮਾੜੇ ਕਰਮ ਹਨ ਭਾਈ, ਕਾਮ ਕ੍ਰੋਧ ਵਿਸ਼ੇ ਵਿਕਾਰ ਅਤੇ ਮਾਇਆ ਦੇ ਨਸ਼ੇ ਵਿੱਚ ਪੈ ਕੇ ਅਸੀਂ ਪਰਮਾਤਮਾ ਤੋਂ ਵਿਛੜੇ ਹੋਏ, ਚੰਗੇ ਆਤਮ ਗੁਣ ਛੱਡ ਕੇ ਸ਼ਰਾਬੀਆਂ ਦੀ ਢਾਣੀ ਵਿੱਚ ਬੈਠ ਕੇ ਮਾੜੀ ਸੰਗਤ ਕਰਕੇ ਮਾੜੇ ਕਰਮ ਜਿਹੜੇ ਹਨ ਉਹ ਹੀ ਸਰੀਰ ਵਿੱਚ ਇਕੱਤਰ ਕਰਦੇ ਰਹਿੰਦੇ ਹਾਂ। ਧੰਨ ਕਬੀਰ ਸਾਹਿਬ ਜੀ ਕਹਿੰਦੇ ਹਨ, ਨਾ ਅਸੀਂ ਸੰਸਾਰ ਉੱਤੇ ਆ ਕੇ ਕਿਸੇ ਜੀਵ ਉੱਤੇ ਦਇਆ ਕਰਦੇ ਹਾਂ, ਨਾ ਧਰਮ ਦੀ ਅਗਵਾਈ ਕਰਦੇ ਹਾਂ। ਦਇਆ ਧਰਮ ਅਰ ਗੁਰ ਕੀ ਸੇਵਾ, ਇਹ ਸੁਪਨਤਰ ਨਾਹੀ। ਨਾ ਅਸੀਂ ਸੰਸਾਰ ਉੱਤੇ ਆ ਕੇ ਭਾਈ ਕਿਸੇ ਜੀਵ ਉੱਤੇ ਦਇਆ ਕੀਤੀ ਹੈ, ਨਾ ਧਰਮ ਦੀ ਅਗਵਾਈ ਕੀਤੀ ਹੈ, ਨਾ ਗੁਰੂ ਦੇ ਚਰਨਾਂ ਦੀ ਸੇਵਾ ਕੀਤੀ ਹੈ। ਇਹ ਚੰਗੇ ਕਰਮ ਜਿਹੜੇ ਹਨ, ਕਿਸੇ ਜੀਵ ਉੱਤੇ ਦਇਆ ਕਰਨੀ, ਧਰਮ ਦੀ ਅਗਵਾਈ ਕਰਨੀ, ਗੁਰੂ ਦੇ ਚਰਨਾਂ ਦੀ ਸੇਵਾ ਕਰਨੀ, ਇਹ ਚੰਗੇ ਕਰਮ ਸਾਡੇ ਕਦੇ ਸੁਪਨੇ ਵਿੱਚ ਵੀ ਨਹੀਂ ਆਉਂਦੇ। ਪਰ ਮਾੜੇ ਕਰਮਾਂ ਦੇ ਜੇ ਅਸੀਂ ਪਿੱਛੇ ਲੱਗ ਕੇ ਮਾੜੇ ਕਰਮਾਂ ਵਾਲਿਆਂ ਦੀ, ਭੈੜੀ ਸੰਗਤ ਵਾਲਿਆਂ ਦੀ ਸੰਗਤ ਕਰਕੇ ਪਰਮਾਤਮਾ ਦੀ ਸੱਚੀ ਸੁੱਚੀ ਸੰਗਤ ਤੋਂ ਵਿਛੜੇ ਰਹਿੰਦੇ ਹਾਂ। ਇਸ ਕਰਕੇ ਅਸੀਂ ਵਾਰ ਸੰਸਾਰ ਉੱਤੇ ਜਨਮ ਲੈ ਕੇ ਆਉਂਦੇ, ਆਤਮ ਮੌਤੇ ਮਰਦੇ ਹਾਂ। ਧੰਨ ਕਬੀਰ ਸਾਹਿਬ ਜੀ ਕਹਿੰਦੇ ਹਨ, ਦਇਆ ਧਰਮ ਘਰ ਗੁਰ ਕੀ ਸੇਵਾ, ਇਹ ਸੁਪਨੰਤਰ ਨਾਹੀ। ਨਾ ਅਸੀਂ ਕਿਸੇ ਜੀਵ ਉੱਤੇ ਦਇਆ ਕਰਦੇ ਹਨ ਭਾਈ, ਨਾ ਧਰਮ ਦੀ ਅਗਵਾਈ ਕਰਦੇ ਹਾਂ, ਨਾ ਗੁਰੂ ਦੇ ਚਰਨਾਂ ਦੀ ਸੇਵਾ ਕਰਦੇ ਹਨ। ਇਹ ਚੰਗੇ ਕਰਮ ਸਾਡੇ ਕਦੀ ਸੁਪਨੇ ਵਿੱਚ ਵੀ ਨਹੀਂ ਆਉਂਦੇ। ਧੰਨ ਕਬੀਰ ਸਾਹਿਬ ਜੀ ਕਹਿੰਦੇ ਹਨ, ਦੀਨ ਦਿਆਲ ਕਿਰਪਾਲ ਦਮੋਦਰ, ਭਗਤ ਵਿਸ਼ਾਲ ਪੈਹਾਰੀ। ਕਿ ਪ੍ਰਭੂ ਦੀਨਾਂ ਉੱਤੇ ਦਇਆ ਕਰਨ ਵਾਲੇ, ਦੀਨਾਂ ਤੇ ਗਰੀਬਾਂ ਦੀ ਰੱਖਿਆ ਕਰਨ ਪ੍ਰਭੂ, ਹੇ ਕਿਰਪਾਲੂ ਪ੍ਰਭੂ, ਹੇ ਦੋ ਜਹਾਨ ਦੇ ਵਾਲੀ ਪ੍ਰਭੂ, ਭਗਤ ਵਿਸ਼ਾਲ ਭਗਤਾਂ ਦੀ ਰੱਖਿਆ ਕਰਨ ਵਾਲੇ ਪ੍ਰਭੂ, ਆਪਣੇ ਭਗਤਾਂ ਦਾ ਦੁੱਖ ਹਰਨ ਵਾਲੇ ਪ੍ਰਭੂ, ਦੀਨ ਦਿਆਲ ਕਿਰਪਾਲ ਦਮੋਦਰ, ਭਗਤ ਵਿਸ਼ਾਲ ਪੈਹਾਰੀ।
ਕਿ ਹੇ ਦੀਨਾ ਬੰਧੂ, ਹੇ ਦੀਨਾ ਤੇ ਗਰੀਬਾਂ ਉੱਤੇ ਪ੍ਰਭੂ ਦਇਆ ਕਰਨ ਵਾਲੇ, ਹੇ ਕਿਰਪਾਲੂ ਪ੍ਰਭੂ, ਹੇ ਦੋ ਜਹਾਨ ਦੇ ਵਾਲੀ, ਹੇ ਭਗਤਾਂ ਦੀ ਰੱਖਿਆ ਕਰਨ ਵਾਲੇ, ਭਗਤ ਵਿਸ਼ਾਲ ਪ੍ਰਭੂ, ਆਪ ਭਗਤਾਂ ਦਾ ਦੁੱਖ ਹਰਨ ਵਾਲੇ ਪ੍ਰਭੂ, ਐਸੀ ਕਿਰਪਾ ਮੇਰੇ ਕਬੀਰ ਉੱਤੇ ਵੀ ਕਰੋ। ਕਹਿਤ ਕਬੀਰ ਭੀਰ ਜਨ ਰਾਖੋ, ਹਰ ਸੇਵਾ ਕਰੋ ਤੁਮਾਰੀ। ਤੇ ਦਾਸ ਕਬੀਰ ਜੀ ਅਕਾਲ ਪੁਰਖ ਦੇ ਚਰਨਾਂ ਵਿੱਚ ਇਹ ਅਰਦਾਸ ਬੇਨਤੀ ਕਰਦੇ ਹਨ, ਪ੍ਰਭੂ ਐਸੀ ਕਿਰਪਾ ਆਪਣੇ ਦਾਸ ਕਬੀਰ ਤੇ ਵੀ ਕਰੋ, ਜੋ ਵਿਕਾਰਾਂ ਦੀ ਭੀੜ ਤੋਂ, ਸੰਸਾਰ ਸਮੁੰਦਰ ਦੀਆਂ ਲਹਿਰਾਂ ਤੋਂ ਆਪ ਹੀ ਬਚਾਉਣ ਵਾਲੇ ਹੈ ਪ੍ਰਭੂ। ਐਸੀ ਬਖਸ਼, ਐਸੀ ਕਿਰਪਾ ਆਪਣੇ ਦਾਸ ਕਬੀਰ ਤੇ ਵੀ ਕਰਨੀ ਕਿ ਧੰਨ ਕਬੀਰ ਜੀ ਆਪ ਜੀ ਦੇ ਚਰਨਾਂ ਦੀ ਸੇਵਾ ਕਰਦਾ ਹੈ, ਆਪ ਦਾ ਦਾਸ ਹੈ, ਆਪ ਦਾ ਸੇਵਾਦਾਰ ਹੈ ਪ੍ਰਭੂ। ਧੰਨ ਕਬੀਰ ਸਾਹਿਬ ਜੀ ਆਪਣੀ ਬਾਣੀ ਉਪਦੇਸ਼ ਕਰਦੇ ਹਨ, ਦੀਨ ਦਿਆਲ ਕਿਰਪਾਲ ਲੰਬੋਦਰ ਭਗਤ ਵਿਸ਼ਾਲ ਪਿਹਾਰੀ, ਇਹ ਦੀਨਾਂ ਤੇ ਗਰੀਬਾਂ ਉੱਤੇ ਦਇਆ ਕਰਨ ਵਾਲੇ ਕਿਰਪਾਲੂ ਪ੍ਰਭੂ, ਦੋ ਜਹਾਨ ਦੇ ਵਾਲੀ, ਭਗਤਾਂ ਦੀ ਰੱਖਿਆ ਕਰਨ ਵਾਲੇ, ਭਗਤਾਂ ਦੇ ਦੁੱਖ ਹਰਨ ਵਾਲੇ ਪ੍ਰਭੂ। ਐਸੀ ਕਿਰਪਾ ਆਪਣੇ ਦਾਸ ਕਬੀਰ ਤੇ ਵੀ ਕਰਨੀ। ਕਹਿਤ ਕਬੀਰ ਭੀਰ ਜਨ ਰਾਖੋ, ਹਰ ਸੇਵਾ ਕਰੋ ਤੁਮਾਰੀ। ਪ੍ਰਭੂ ਆਪਣੇ ਦਾਸ ਕਬੀਰ ਨੂੰ ਵੀ ਵਿਕਾਰਾਂ ਦੀ ਭੀੜ ਤੋਂ ਤੇ ਸੰਸਾਰ ਸਮੁੰਦਰ ਦੀਆਂ ਲਹਿਰਾਂ ਤੋਂ ਬਚਾ ਕੇ ਰੱਖਣਾ, ਕਿਉਂਕਿ ਆਪ ਦਾ ਦਾਸ ਕਬੀਰ ਆਪ ਜੀ ਦੇ ਚਰਨਾਂ ਦੀ ਸੇਵਾ ਕਰਦਾ ਹੈ। ਸੋ ਗੁਰੂ ਪਿਆਰੀ ਸਾਹਿਬ ਸਿੰਘ ਜੀ ਆਪ ਸਤਿਗੁਰਾਂ ਦੀ ਪਵਿੱਤਰ ਬਾਣੀ ਦੀ ਵਿਚਾਰ ਹਿਰਦੇ ਰੂਪੀ ਕਰਜ ਵਸਾ ਕੇ ਸੇਵਾ ਸਮਨ ਕਰਦੇ ਹੋਏ ਆਪਣਾ ਮਨੁੱਖਾ ਜਨਮ ਸਫਲਾ ਕਰੀਏ। ਸਤਿਗੁਰਾਂ ਦੀ ਪਵਿੱਤਰ ਬਾਣੀ ਦੀ ਵਿਚਾਰ ਕਰਦੇ ਸਮੇਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਗਈਆਂ, ਸਰਬ ਸੰਗਤਾਂ ਗੁਰੂ ਸਾਹਿਬਾਨ ਜੀ ਬਖਸ਼ਣਯੋਗ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।